ਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਆਪੇ ਪਲੰਗ ਵਿਛਾਏ ਕੈ, ਆਪ ਅੰਦਰ ਸੌਂਦਾ। ਸੋਹਣੇ ਅੰਦਰ ਜਾਏ ਕੈ, ਦੇਸੰਤਰ ਭਾਉਂਦਾ। ਰੰਕ ਰਾਓ ਰਾਓ ਰੰਕ ਹੋਏ, ਦੁਖ ਸੁਖ ਵਿੱਚ ਪਾਉਂਦਾ। ਤੱਤਾ ਸੀਅਰਾ ਹੋਏ ਜਲ, ਆਵਟਣ ਖਾਉਂਦਾ। ਹਰਖ ਸੋਗ ਵਿੱਚ ਧਾਮਦਾ, ਚਾਵਾਏ ਚਾਹੁੰਦਾ। ਆਪੇ ਆਪ ਵਰਤਦਾ, ਗੁਰਮੁਖ ਸੁਖ ਰਾਉਂਦਾ। ਆਪੇ ਆਪ ਵਰਤਦਾ, ਗੁਰਮੁਖ ਸੁਖ ਰਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ, ਦੀਨਾ ਬੰਧੂ ਜੋਤੀ ਸਵੈ ਰੂਪ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਭਾਈ ਗੁਰਦਾਸ ਜੀ ਦੀ ਦੂਜੀ ਵਾਰ ਦੀ ਚੌਥੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਦੀ ਰਚੀ ਹੋਈ ਇਸ ਦੂਜੀ ਵਾਰ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦੀ ਵਿਆਪਕਤਾ ਭਾਈ ਗੁਰਦਾਸ ਸਾਹਿਬ ਜੀ ਨੇ ਦਰਸਾਈ ਹੈ। ਸਾਰਿਆਂ ਰੂਪਾਂ ਰੰਗਾਂ ਦੇ ਵਿੱਚ, ਵੱਖ-ਵੱਖ ਭੇਖਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਸਾਖੀ ਰੂਪ ਹੋ ਕਰਕੇ ਵਸ ਰਿਹਾ ਹੈ। ਸੋ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜਿਵੇਂ ਮਨੁੱਖ ਪਲੰਘ ਡਾਹ ਕੇ ਸੌਂਦਾ ਏ, ਫਿਰ ਉਹਨੂੰ ਸੁਪਨਾ ਆਉਂਦਾ ਏ, ਸੁਪਨੇ ਵਿੱਚ ਦੁੱਖ ਸੁੱਖ ਪਾਉਂਦਾ ਹੈ, ਜਾਗ ਕੇ ਦੱਸਦਾ ਏ ਸੁਪਨੇ ਵਿੱਚ ਮੈਂ ਆਹ ਦੁੱਖ ਪਾਇਆ, ਆਹ ਸੁੱਖ ਪਾਇਆ। ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਸਾਖੀ ਰੂਪ ਹੋ ਕਰਕੇ ਸਾਰੀਆਂ ਥਾਵਾਂ 'ਤੇ ਹੈ। ਸੁਪਨਾ ਲੈਣ ਵਾਲਾ ਬੰਦਾ ਤਾਂ ਮੰਜੇ 'ਤੇ ਪਿਆ ਹੁੰਦਾ, ਪਲੰਘ 'ਤੇ ਸੁੱਤਾ ਹੁੰਦਾ ਏ, ਪਰ ਸੁਪਨੇ ਵਿੱਚ ਉਹ ਦੌੜ ਰਿਹਾ ਹੁੰਦਾ ਹੈ, ਕੋਈ ਕੰਮ ਕਰ ਰਿਹਾ ਹੁੰਦਾ ਹੈ। ਤੋ ਸਾਖੀ ਰੂਪ ਪਰਮਾਤਮਾ ਸਾਰੇ ਸੰਸਾਰ ਦੇ ਵਿੱਚ ਵਸਦਾ ਹੈ। ਸੋ ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਆਪੇ ਪਲੰਘ ਵਿਛਾਏ ਕੈ, ਆਪੇ ਅੰਦਰ ਸੌਂਦਾ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਹੈ, ਕਹਿੰਦੇ ਵੇਖੋ ਜਿਵੇਂ ਕੋਈ ਮਨੁੱਖ ਆਪ ਹੀ ਪਲੰਘ ਵਿਛਾ ਕੇ, ਪਲੰਘ ਡਾਹ ਕੇ, ਮੰਜਾ ਡਾਹ ਕੇ, ਉਹਦੇ ਉੱਤੇ ਬਿਸਤਰਾ ਵਿਛਾ ਕੇ ਆਪ ਅੰਦਰ ਸੌਂਦਾ ਅਤੇ ਫਿਰ ਆਪ ਹੀ ਅੰਦਰ ਵੜ ਕੇ ਸੌਂ ਜਾਂਦਾ ਹੈ। ਸੋਹਣੇ ਅੰਦਰ ਜਾਏ ਕੈ, ਦੇਸੰਤਰ ਭਾਉਂਦਾ। ਜਦੋਂ ਉਹ ਪਲੰਘ ਦੇ ਉੱਤੇ ਸੌਂ ਜਾਂਦਾ ਹੈ, ਫਿਰ ਉਹਨੂੰ ਸੁਪਨਾ ਆਉਂਦਾ ਹੈ।
ਸੋਹਣੇ ਦਾ ਅਰਥ ਹੈ ਸੁਪਨਾ। ਕਈਆਂ ਥਾਵਾਂ 'ਤੇ ਪਾਠ ਸੁਪਨੇ ਵੀ ਹੈ। ਸੁਪਨੇ ਅੰਦਰ ਜਾਏ ਕੈ ਦੇ ਸੰਤਰ ਪਾਉਂਦਾ। ਪਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪ੍ਰਕਾਸ਼ਿਤ ਕੀਤੀਆਂ ਨੇ, ਉੱਥੇ ਸੋਹਣੇ ਪਾਠ ਹੈ। ਕਿਉਂਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਪੁਰਾਤਨ ਹੱਥ ਲਿਖਤਾਂ ਤੋਂ ਉਸ ਪੋਥੀ ਨੂੰ ਸੋਧਿਆ ਹੋਇਆ ਹੈ। ਸੋਹਣੇ ਅੰਦਰ ਜਾਏ ਕੈ। ਫਿਰ ਉਹ ਬੰਦਾ ਜਿਹੜਾ ਪਲੰਘ 'ਤੇ ਸੁੱਤਾ ਹੈ ਉਹਨੂੰ ਸੁਪਨਾ ਆਉਂਦਾ ਹੈ। ਸੁਪਨੇ ਅੰਦਰ ਜਾ ਕੇ ਦੇਸ਼ਾਂਤਰ ਪਾਉਂਦਾ। ਕਈ ਦੇਸ਼ ਦੇਸ਼ਾਂਤਰਾਂ ਦੇ ਵਿੱਚ ਪਾਉਂਦਾ ਫਿਰਦਾ ਹੈ। ਸੁਪਨੇ ਵਿੱਚ ਕਦੇ ਕਿਤੇ ਚਲਿਆ ਜਾਂਦਾ ਹੈ। ਕਈ ਵਾਰ ਕਿਸੇ ਨੂੰ ਸੁਪਨਾ ਆਉਂਦਾ ਮੈਂ ਤਾਂ ਕਨੇਡਾ ਪਹੁੰਚ ਗਿਆ, ਕੋਈ ਕਹਿੰਦਾ ਮੈਂ ਫਲਾਣੇ ਥਾਂ ਪਹੁੰਚ ਗਿਆ। ਤਾਂ ਸੁਪਨੇ ਵਿੱਚ ਜਿਹੜਾ ਨਾ ਉਹ ਪਾਉਂਦਾ ਹੈ, ਫਿਰਦਾ ਹੈ। ਰੰਕ ਰਾਓ ਰਾਓ ਰੰਕ ਹੋਏ, ਦੁੱਖ ਸੁੱਖ ਵਿੱਚ ਪਾਉਂਦਾ। ਸੁਪਨੇ ਦੇ ਵਿੱਚ ਰੰਕ ਰਾਓ, ਗਰੀਬ ਤੋਂ ਅਮੀਰ ਹੋ ਜਾਂਦਾ, ਰਾਜਾ ਬਣ ਜਾਂਦਾ ਹੈ। ਰਾਓ ਰੰਕ ਹੋਏ, ਅਤੇ ਜੇ ਕੋਈ ਰਾਜਾ ਹੈ ਉਹ ਕੰਗਾਲ ਹੋ ਜਾਂਦਾ ਹੈ। ਦੁੱਖ ਸੁੱਖ ਵਿੱਚ ਪਾਉਂਦਾ। ਇਸ ਤਰ੍ਹਾਂ ਦੁੱਖਾਂ ਸੁੱਖਾਂ ਦੇ ਚੱਕਰਾਂ ਵਿੱਚ ਪੈ ਜਾਂਦਾ ਹੈ ਬੰਦਾ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਅਤੇ ਸਤਿਗੁਰੂ ਦੀ ਬਾਣੀ ਦਾ ਸ਼ਬਦ, ਇੱਕ ਰਾਜਾ ਸਿੰਘਾਸਨ 'ਤੇ ਬੈਠੇ ਜਿਹਨੂੰ ਨੀਂਦ ਆ ਗਈ। ਵੈਸੇ ਜਨਕ ਰਾਜੇ ਦੀ ਇਹ ਗੱਲ ਹੈ, ਪਰ ਉੱਥੇ ਸ਼ਬਦ ਵਿੱਚ ਨਾਮ ਨਹੀਂ ਦਰਜ ਰਾਜੇ ਜਨਕ ਦਾ। ਸਿੰਘਾਸਨ 'ਤੇ ਨੀਂਦ ਆ ਗਈ, ਅੱਖ ਲੱਗ ਗਈ, ਕੰਗਾਲ ਬਣ ਗਿਆ, ਗਰੀਬ ਬਣ ਗਿਆ, ਮੰਗਦਾ ਫਿਰਦਾ। ਜਦੋਂ ਜਾਗ ਖੁੱਲ੍ਹੀ, ਮੈਂ ਤਾਂ ਰਾਜਾ ਹਾਂ, ਪਰ ਸੁਪਨੇ ਵਿੱਚ ਕੰਗਾਲ ਸੀ, ਗਰੀਬ ਸੀ। ਸਤਿਗੁਰੂ ਨੇ ਉਦਾਹਰਣ ਦੇ ਕੇ ਸਮਝਾਇਆ ਹੈ ਵੀ ਉਹਨੂੰ ਜਿਵੇਂ ਭਰਮ ਪਿਆ, ਮਨੁੱਖ ਨੂੰ ਵੀ ਭਰਮ ਪੈ ਜਾਂਦਾ ਹੈ। ਅਸਲ ਵਿੱਚ ਰਾਜੇ ਵਿੱਚ ਵੀ ਕੰਗਾਲ ਵਿੱਚ ਉਹ ਆਪ ਹੀ ਵਰਤਦਾ ਹੈ ਪਰਮੇਸ਼ਰ, ਜੋਤ ਰੂਪ ਹੋ ਕੇ, ਸਾਖੀ ਰੂਪ ਹੋ ਕੇ। ਜਿਵੇਂ ਸੁਪਨਾ ਜਿਸ ਨੂੰ ਆਉਂਦਾ ਉਹ ਤਾਂ ਪਲੰਘ 'ਤੇ ਪਿਆ ਹੈ, ਪਰ ਸੁਪਨੇ ਵਿੱਚ ਭੱਜਾ ਫਿਰਦਾ, ਉੱਥੇ ਵੀ ਉਹ ਹੈ ਸਾਖੀ ਰੂਪ। ਪਰਮਾਤਮਾ ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਵਿੱਚ ਵਸਦਾ ਹੈ, ਪਰ ਜੋਤ ਰੂਪ ਹੋ ਕਰਕੇ ਸਾਰੇ ਬ੍ਰਹਿਮੰਡ ਦੇ ਵਿੱਚ ਵਸ ਰਿਹਾ ਹੈ। ਰੰਕ ਰਾਓ ਰਾਓ ਰੰਕ ਹੋਏ, ਕੰਗਾਲ ਅਮੀਰ ਹੋ ਜਾਂਦਾ ਹੈ, ਰਾਜਾ ਬਣ ਜਾਂਦਾ ਹੈ, ਰਾਜਾ ਕੰਗਾਲ ਬਣ ਜਾਂਦਾ ਹੈ, ਦੁੱਖ ਸੁੱਖ ਵਿੱਚ ਪਾਉਂਦਾ। ਇਸ ਤਰ੍ਹਾਂ ਦੁੱਖਾਂ ਅਤੇ ਸੁੱਖਾਂ ਦੇ ਚੱਕਰਾਂ ਵਿੱਚ ਪੈ ਜਾਂਦਾ ਹੈ। ਤੱਤਾ ਸੀਅਰਾ ਹੋਏ ਜਲ, ਆਵਟਣ ਖਾਉਂਦਾ। ਪਾਣੀ ਵਾਂਗ ਕਦੇ ਤੱਤਾ ਕਦੇ ਠੰਡਾ ਹੋ ਜਾਂਦਾ ਹੈ। ਪਾਣੀ ਜਿਹੜਾ ਨਾ ਜਦੋਂ ਠੰਡ ਹੁੰਦੀ ਹੈ, ਮੌਸਮ ਬਦਲਦਾ ਹੈ, ਪਾਣੀ ਠੰਡਾ ਹੋ ਜਾਂਦਾ ਹੈ। ਅਤੇ ਬਹੁਤਾ ਜ਼ਿਆਦਾ ਤਾਪਮਾਨ ਘੱਟ ਜਾਵੇ ਫਿਰ ਉਹ ਪਾਣੀ ਬਰਫ਼ ਵੀ ਬਣ ਜਾਂਦਾ ਹੈ, ਇੰਨਾ ਠੰਡਾ ਹੋ ਜਾਂਦਾ ਹੈ। ਗਰਮੀ ਹੋਵੇ, ਤਪਸ਼ ਹੋਵੇ, ਪਾਣੀ ਤੱਤਾ ਹੋ ਜਾਂਦਾ ਹੈ। ਅਤੇ ਜਦੋਂ ਉਸ ਨੂੰ ਭਾਂਡੇ ਵਿੱਚ ਪਾ ਕੇ ਚੁੱਲ੍ਹੇ 'ਤੇ ਰੱਖਿਆ ਜਾਵੇ ਫਿਰ ਉਹ ਉਬਾਲੇ ਖਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਤੱਤਾ ਸੀਅਰਾ ਹੋਏ ਜਲ, ਆਵਟਣ ਖਾਉਂਦਾ। ਪਾਣੀ ਵਾਂਗ ਕਦੇ ਠੰਡਾ ਕਦੇ ਤੱਤਾ ਹੋ ਕੇ ਆਵਟਣ ਖਾਉਂਦਾ। ਜਿਵੇਂ ਪਾਣੀ ਉਬਾਲੇ ਖਾਂਦਾ ਨਾ, ਬੰਦਾ ਵੀ ਇਸ ਤਰ੍ਹਾਂ ਉਬਾਲੇ ਖਾਂਦਾ ਹੈ, ਕ੍ਰਿੱਝਦਾ ਹੈ, ਸੜਦਾ ਭੁੱਜਦਾ ਹੈ, ਦੁੱਖ ਅਤੇ ਸੁੱਖ ਸਹਾਰਦਾ ਹੈ। ਸੁਪਨੇ ਦੇ ਵਿੱਚ ਵੀ ਦੁੱਖ ਸੁੱਖ ਸਹਾਰਦਾ ਹੈ। ਉਦਾਹਰਣ ਭਾਈ ਗੁਰਦਾਸ ਸਾਹਿਬ ਜੀ ਸੁਪਨੇ ਦੀ ਦੇ ਰਹੇ ਨੇ ਵੀ ਸੁਪਨੇ ਵਿੱਚ ਬੰਦਾ ਕਈ ਵਾਰਾਂ ਸੁੱਖ ਪਾਉਂਦਾ ਹੈ, ਕਈ ਵਾਰਾਂ ਦੁੱਖ ਪਾਉਂਦਾ ਹੈ, ਕਈ ਵਾਰਾਂ ਕ੍ਰਿੱਝਣ ਲੱਗਦਾ ਜਿਵੇਂ ਪਾਣੀ ਉਬਾਲੇ ਖਾਂਦਾ ਹੈ। ਸੁਪਨੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਇੱਦਾਂ ਦਾ ਸੁਪਨਾ ਆ ਜਾਏ, ਬੰਦਾ ਸੁਪਨੇ 'ਚ ਰੋਣ ਲੱਗ ਪੈਂਦਾ ਹੈ।
ਤੋ ਦੁੱਖ ਸੁੱਖ ਇਹ ਬੰਦਾ ਪਾਉਂਦਾ ਹੈ। ਹਰਖ ਸੋਗ ਵਿੱਚ ਧਾਮਦਾ, ਚਾਵਾਏ ਚਾਹੁੰਦਾ। ਕਦੇ ਹਰਖ ਤੇ ਕਦੇ ਸੋਗ, ਗਮ ਦੇ ਵਿੱਚ ਦੌੜਦਾ ਹੈ। ਸੁਪਨੇ ਵਿੱਚ ਕੋਈ ਮਾਇਕ ਪਦਾਰਥ ਮਿਲ ਗਿਆ, ਖੁਸ਼ ਹੁੰਦਾ ਹੈ। ਕੋਈ ਪਦਾਰਥ ਖੁੱਸ ਗਿਆ, ਉਦੋਂ ਫਿਰ ਰੋਂਦਾ ਹੈ, ਗਮ ਕਰਦਾ ਹੈ। ਹਰਖ ਸੋਗ ਵਿੱਚ ਧਾਮਦਾ, ਖੁਸ਼ੀ ਗਮੀ ਦੇ ਵਿੱਚ ਇਹ ਦੌੜਦਾ ਹੈ। ਚਾਵਾਏ ਚਾਹੁੰਦਾ, ਅਤੇ ਜਦੋਂ ਕੋਈ ਇਸ ਨੂੰ ਬੁਲਾ ਕੇ ਪੁੱਛਦਾ ਹੈ ਅਤੇ ਫਿਰ ਇਹ ਪੁੱਛਣ 'ਤੇ ਦੱਸਦਾ ਹੈ ਵੀ ਮੈਂ ਸੁਪਨੇ ਦੇ ਵਿੱਚ ਬਹੁਤ ਦੁੱਖ ਵੇਖੇ, ਬਹੁਤ ਸੁੱਖ ਵੇਖੇ। ਸੁਪਨੇ ਵਿੱਚ ਮੈਨੂੰ ਆਹ ਪਦਾਰਥ ਮਿਲ ਗਏ। ਸੁਪਨੇ ਵਿੱਚ ਤਾਂ ਮੈਂ ਫਲਾਣੇ ਦੇਸ਼ ਵਿੱਚ ਤੁਰਿਆ ਫਿਰਦਾ ਸੀ। ਸੁਪਨੇ ਵਿੱਚ ਮੈਂ ਡਿਗਰੀ ਕਰ ਲਈ, ਇੰਨੇ ਨੰਬਰਾਂ ਨਾਲ ਪਾਸ ਹੋ ਗਿਆ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੱਸਦਾ ਹੈ। ਜਦੋਂ ਕੋਈ ਬੁਲਾਉਂਦਾ ਹੈ ਫਿਰ ਉਦੋਂ ਦੱਸਦਾ ਹੈ ਵੀ ਆਹ ਕੁਝ ਮੇਰੇ ਨਾਲ ਹੋਇਆ ਹੈ। ਆਪੇ ਆਪ ਵਰਤਦਾ, ਗੁਰਮੁਖ ਸੁਖ ਰਾਉਂਦਾ। ਪਰ ਉੱਥੇ ਸੁਪਨੇ ਵਿੱਚ ਵੀ ਬੰਦਾ ਸਾਖੀ ਰੂਪ ਹੋ ਕੇ ਆਪ ਵਰਤ ਰਿਹਾ ਹੁੰਦਾ। ਇਹ ਦ੍ਰਿਸ਼ਟਾਂਤ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਬੰਦਾ ਇੱਥੇ ਸੰਸਾਰ ਵਿੱਚ ਆਇਆ ਵੀ ਸੁਪਨਾ ਹੀ ਹੈ। ਕਦੇ ਦੁੱਖ, ਕਦੇ ਸੁੱਖ, ਕਦੇ ਪਦਾਰਥ ਮਿਲ ਗਏ, ਖੁਸ਼ ਹੁੰਦਾ ਹੈ। ਪਦਾਰਥ ਖੁੱਸ ਗਏ, ਦੁਖੀ ਹੁੰਦਾ ਹੈ। ਥਾਵਾਂ ਥਾਵਾਂ 'ਤੇ ਫਿਰਦਾ ਹੈ। ਮਾਇਆ ਦੇ ਮੋਹ ਦੀ ਫਾਹੀ ਵਿੱਚ ਪੈ ਕਰਕੇ ਦੁੱਖ ਸੁੱਖ ਉਠਾਉਂਦਾ ਹੈ। ਸੋ ਪਰਮਾਤਮਾ ਜਿਹੜਾ ਨਾ, ਆਪੇ ਆਪ ਵਰਤਦਾ, ਗੁਰਮੁਖ ਸੁਖ ਰਾਉਂਦਾ। ਵਾਹਿਗੁਰੂ ਆਪ ਹੀ ਆਪ ਸਾਰੀਆਂ ਥਾਵਾਂ 'ਤੇ ਵਰਤਦਾ ਹੈ। ਇਹ ਸਾਰੀ ਰਚਨਾ ਦੇ ਵਿੱਚ ਉਹ ਸਾਖੀ ਰੂਪ ਰਹਿੰਦਾ ਹੈ। ਪਰ ਇਸ ਭੇਦ ਨੂੰ ਗੁਰਮੁਖ ਜਣੇ, ਜਿਹੜੇ ਗੁਰਮੁਖ ਨੇ ਨਾ, ਉਹ ਸਮਝਦੇ ਨੇ। ਇਸ ਭੇਦ ਨੂੰ ਸਮਝ ਕੇ ਉਹ ਸੁੱਖ ਮਾਣਦੇ ਹੈ। ਜਿਵੇਂ ਸੁਪਨੇ ਵਾਲਾ ਬੰਦਾ ਕਹਿੰਦਾ ਨਾ, ਮੈਂ ਸੁਪਨੇ 'ਚ ਇੱਥੇ ਇੱਥੇ ਗਿਆ, ਉਹ ਤਾਂ ਸੁੱਤਾ ਸੀ, ਗਿਆ ਤੇ ਕਿਤੇ ਵੀ ਨਹੀਂ, ਪਰ ਉੱਥੇ ਉਹ ਹੁੰਦਾ ਹੈ ਸੁਰਤ ਕਰਕੇ। ਸੋ ਇਸੇ ਤਰ੍ਹਾਂ ਪਰਮਾਤਮਾ ਸੱਚਖੰਡ ਵਸੈ ਨਿਰੰਕਾਰ ਹੈ, ਪਰ ਸਾਖੀ ਰੂਪ ਹੋ ਕਰਕੇ ਉਹ ਸਾਰੀਆਂ ਥਾਵਾਂ 'ਤੇ ਆਪ ਵਰਤਦਾ ਹੈ। ਇਸ ਭੇਦ ਨੂੰ ਜਿਹੜੇ ਗੁਰਮੁਖ ਪਿਆਰੇ ਨੇ ਉਹ ਸਮਝਦੇ ਨੇ ਅਤੇ ਸਮਝ ਕੇ ਉਹ ਸੁੱਖ ਮਾਣਦੇ ਹਨ। ਹੁਣ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ, ਵਾਹਿਗੁਰੂ ਪਰਮਾਤਮਾ ਸਾਰੀਆਂ ਥਾਵਾਂ 'ਤੇ ਹੈ, ਪਰ ਸਾਰੀਆਂ ਥਾਵਾਂ 'ਤੇ ਵਸਦਾ ਹੋਇਆ ਵੀ ਉਹ ਨਿਰਲੇਪ ਹੈ। ਇਹ ਸਾਨੂੰ ਅਗਲੀ ਪੌੜੀ ਵਿੱਚ ਦੱਸ ਰਹੇ ਹੈ। ਸਮਸਰ ਵਰਸੈ ਸੁਆਂਤ ਬੂੰਦ, ਜਿਉ ਸਭਨੀ ਥਾਈ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ, ਜਿਵੇਂ ਸ਼ਵਾਂਤੀ ਬੂੰਦ ਜਿਹੜੀ ਹੈ ਨਾ, ਉਹ ਇੱਕੋ ਜਿਹੀ ਸਾਰੀਆਂ ਥਾਵਾਂ 'ਤੇ ਧਰਤੀ 'ਤੇ ਵੱਸਦੀ ਹੈ। ਮੀਂਹ ਪੈਂਦਾ, ਜਿਵੇਂ ਹੁਣ ਮੀਂਹ ਪੈ ਰਿਹਾ ਹੈ। ਸੁਆਂਤ ਨਛੱਤਰ ਦੇ ਵਿੱਚ ਜਿਹੜੀ ਬੱਦਲਾਂ ਤੋਂ ਬੂੰਦ ਧਰਤੀ 'ਤੇ ਡਿੱਗਦੀ ਹੈ, ਉਹਨੂੰ ਸ਼ਵਾਂਤੀ ਬੂੰਦ ਕਹਿੰਦੇ ਹੈ। ਸਮਸਰ ਵਰਸੈ ਸੁਆਂਤ ਬੂੰਦ, ਜਿਉ ਸਭਨੀ ਥਾਈ। ਜਿਵੇਂ ਸ਼ਵਾਂਤੀ ਬੂੰਦ ਸਾਰੇ ਪਾਸੇ, ਸਾਰੇ ਥਾਵਾਂ ਵਿੱਚ ਇੱਕੋ ਜਿਹੀ ਵਰਦੀ ਹੈ। ਜਲ ਅੰਦਰ ਜਲ ਹੋਏ ਮਿਲੈ, ਧਰਤੀ ਬਹੁ ਭਾਈ। ਅਤੇ ਪਾਣੀ ਵਿੱਚ ਪਾਣੀ ਹੋ ਕੇ ਮਿਲ ਜਾਂਦੀ ਹੈ। ਸ਼ਵਾਂਤੀ ਬੂੰਦ ਹੈ ਤਾਂ ਉਹ ਪਾਣੀ ਹੀ, ਅਤੇ ਪਾਣੀ ਦੇ ਉੱਤੇ ਜਦੋਂ ਡਿੱਗਦੀ ਹੈ ਉਹ ਫਿਰ ਉਹਦੇ ਵਿੱਚ ਮਿਲ ਜਾਂਦੀ ਹੈ। ਪਾਣੀ ਵਿੱਚ ਪਾਣੀ ਰੂਪ ਹੋ ਕਰਕੇ ਮਿਲ ਜਾਂਦੀ ਹੈ। ਧਰਤੀ ਬਹੁ ਭਾਈ, ਭਾਈ ਬਹੁਤ ਭਾਂਤਾਂ ਕਰਕੇ, ਬਹੁਤ ਤਰੀਕਿਆਂ ਦੇ ਨਾਲ ਫਿਰ ਉਹ ਧਰਤੀ ਵਿੱਚ ਮਿਲ ਜਾਂਦੀ ਹੈ। ਪਾਣੀ ਜਿਹੜਾ ਨਾ ਧਰਤੀ ਦੇ ਵਿੱਚ ਅੰਦਰ ਚਲਿਆ ਜਾਂਦਾ ਹੈ। ਕਿਤੇ ਰੇਤਲੀ ਥਾਂ ਹੈ, ਉੱਥੇ ਹੀ ਉਹ ਸਮਾ ਜਾਂਦਾ ਹੈ। ਕਿਤੇ ਉਹ ਨਦੀ ਨਾਲੇ ਦਾ ਰੂਪ ਧਾਰ ਕੇ ਵਹਿਣ ਵਿੱਚ ਪੈ ਜਾਂਦਾ ਹੈ। ਰਸਤੇ ਵਿੱਚ ਜਾਂਦਾ ਉਹ ਸੋਖਿਆ ਜਾਂਦਾ, ਧਰਤੀ ਸੋਖ ਲੈਂਦੀ ਹੈ। ਸੋ ਬਹੁਤ ਤਰ੍ਹਾਂ ਕਰਕੇ ਧਰਤੀ ਦੇ ਵਿੱਚ ਉਹ ਜਿਹੜੀ ਬੂੰਦ ਹੈ ਸਮਾ ਜਾਂਦੀ ਹੈ।
ਕਿਰਖ ਬਿਰਖ ਰਸ ਕਸ ਘਣੇ, ਫਲ ਫੁੱਲ ਸੁਹਾਈ। ਕਿਤੇ ਉਹ ਬੂੰਦ ਖੇਤੀ ਦੇ ਵਿੱਚ ਪੈਂਦੀ ਹੈ, ਕਿਰਖ ਕਹਿੰਦੇ ਨੇ ਖੇਤੀ ਨੂੰ, ਫਸਲਾਂ ਦੇ ਵਿੱਚ ਰਸ ਪੈਦਾ ਕਰਦੀ ਹੈ, ਦਾਣਾ ਬਣਦਾ ਉਹਦੇ ਵਿੱਚ ਰਸ ਪੈਦਾ ਹੁੰਦਾ ਹੈ। ਬਿਰਖ ਅਤੇ ਬਿਰਖਾਂ ਜਿਹੜੇ ਦਰਖਤ ਹਨ, ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਜਦੋਂ ਸਮਾਉਂਦੀ ਹੈ, ਉਹ ਜੜ੍ਹਾਂ ਪਾਣੀ ਲੈਂਦੀਆਂ ਨੇ ਅਤੇ ਫਿਰ ਹਰਿਆ ਭਰਿਆ ਹੁੰਦਾ ਹੈ ਰੁੱਖ, ਫਲ ਫੁੱਲ ਲੱਗਦੇ ਨੇ। ਕਿਰਖ ਬਿਰਖ ਰਸ ਕਸ ਘਣੇ। ਭਾਈ ਗੁਰਦਾਸ ਜੀ ਕਹਿੰਦੇ ਆ ਕਿਤੇ ਇਹ ਖੇਤੀ, ਫਿਰ ਦਰਖਤ, ਰਸ ਜਿਹੜਾ ਮਿੱਠਾ ਹੈ ਅਤੇ ਕਸ ਕੌੜੇ, ਫਲਾਂ ਅਤੇ ਫੁੱਲਾਂ ਦੇ ਵਿੱਚ ਮਿਲ ਕੇ ਇਹ ਸ਼ੋਭਦੀ ਹੈ। ਜਿਵੇਂ ਨਿੰਮ, ਉਹਦਾ ਫਲ ਕੌੜਾ ਹੈ, ਆੜੂ ਹੈ ਮਿੱਠਾ ਹੈ, ਹੋਰ ਕਈ ਫਲ ਨੇ ਮਿੱਠੇ ਨੇ। ਪਾਣੀ ਤਾਂ ਇੱਕ ਹੀ ਹੈ ਨਾ, ਸ਼ਵਾਂਤੀ ਬੂੰਦ ਤਾਂ ਇੱਕ ਹੀ ਹੈ, ਪਰ ਜਿਵੇਂ ਜਿਵੇਂ ਉਹ ਜਿਹਦੇ ਨਾਲ ਮਿਲਦੀ ਹੈ, ਉਹੋ ਜਿਹਾ ਗੁਣ ਅੱਗੇ ਉਹ ਬਣਦਾ ਜਾਂਦਾ ਹੈ। ਧਰਤੀ ਰੁੱਖਾਂ ਦੇ ਵਿੱਚ, ਖੇਤੀ ਦੇ ਵਿੱਚ, ਮਿੱਠੇ ਕੌੜੇ ਰਸਾਂ ਦੇ ਵਿੱਚ ਮਿਲ ਕੇ ਫਲਾਂ ਅਤੇ ਫੁੱਲਾਂ ਦੇ ਵਿੱਚ ਸ਼ੋਭਦੀ ਹੈ। ਕੇਲੇ ਵਿੱਚ ਕਪੂਰ ਹੋਏ, ਸੀਤਲ ਸੁਖਦਾਈ। ਜਦੋਂ ਸ਼ਵਾਂਤੀ ਬੂੰਦ ਕੇਲੇ ਦੇ ਵਿੱਚ ਪੈ ਜਾਂਦੀ ਹੈ, ਕੇਲੇ ਦੇ ਉੱਤੇ ਡਿੱਗਦੀ ਹੈ, ਤਾਂ ਉਸ ਕੇਲੇ ਦੇ ਵਿੱਚ ਮੁਸ਼ਕ ਕਪੂਰ ਪੈਦਾ ਹੋ ਜਾਂਦਾ ਹੈ, ਕਪੂਰ ਬਣ ਜਾਂਦਾ ਹੈ। ਸੀਤਲ ਸੁਖਦਾਈ, ਫਿਰ ਉਹ ਠੰਡੀ ਅਤੇ ਸੁੱਖ ਦੇਣ ਵਾਲੀ ਵਸਤੂ ਬਣ ਜਾਂਦੀ ਹੈ। ਮੋਤੀ ਹੋਵੇ ਸਿਪ ਮੋਹੇ, ਬਹੁ ਮੋਲ ਮੁਲਾਈ। ਅਤੇ ਜੇ ਸਿੱਪੀ ਦੇ ਮੂੰਹ 'ਤੇ ਉਹ ਸ਼ਵਾਂਤੀ ਬੂੰਦ ਡਿੱਗ ਪਵੇ, ਜਿਹੜੀਆਂ ਸਮੁੰਦਰ ਵਿੱਚ ਸਿਪ ਹੁੰਦੀ ਹੈ ਨਾ, ਸਿੱਪੀ ਦੇ ਮੂੰਹ 'ਤੇ ਸ਼ਵਾਂਤੀ ਬੂੰਦ ਪੈ ਜਾਵੇ ਤਾਂ ਉੱਥੇ ਕੀਮਤੀ ਮੋਤੀ ਬਣ ਜਾਂਦਾ ਹੈ। ਅੱਜ ਵੀ ਤੁਸੀਂ ਵੇਖੋਗੇ ਸਮੁੰਦਰ ਦੇ ਵਿੱਚੋਂ ਬਹੁਤ ਸਾਰੀਆਂ ਸਿੱਪੀਆਂ ਕੱਢ ਕੇ, ਉਹਨਾਂ ਨੂੰ ਖੋਲ੍ਹ ਕੇ ਚੰਗੀ ਤਰ੍ਹਾਂ ਮੋਤੀ ਕੱਢੇ ਜਾਂਦੇ ਨੇ। ਬਾਜ਼ਾਰਾਂ ਦੇ ਵਿੱਚ ਬਹੁਤ ਮੁੱਲ ਪੈਂਦਾ ਹੈ ਉਹਨਾਂ ਦਾ, ਬੜੇ ਸੋਹਣੇ ਲੱਗਦੇ ਨੇ ਉਹ ਮੋਤੀ। ਮੋਤੀ ਹੋਵੇ ਸਿਪ ਮੋਹੇ, ਬਹੁ ਮੋਲ ਮੁਲਾਈ। ਅਤੇ ਫਿਰ ਬਹੁਤ ਜ਼ਿਆਦਾ ਮੁੱਲ ਪਵਾਉਂਦੀ ਹੈ ਉਹ। ਬਿਸੀਅਰ ਦੇ ਮੋਹੇ ਕਾਲਕੂਟ, ਚਿਤਵੇ ਬੁਰਿਆਈ। ਜੇ ਸੱਪ ਦੇ ਮੂੰਹ ਵਿੱਚ ਸ਼ਵਾਂਤੀ ਬੂੰਦ ਪੈ ਜਾਏ, ਕਾਲਕੂਟ ਉਹਦਾ ਜ਼ਹਿਰ ਹੋਰ ਵੱਧ ਜਾਂਦਾ ਹੈ। ਸੱਪ ਦੇ ਅੰਦਰ ਜ਼ਹਿਰ ਪੈਦਾ ਕਰਦੀ ਹੈ। ਇਹ ਕੁਦਰਤ ਦੀ ਖੇਡ ਹੈ। ਸ਼ਵਾਂਤੀ ਬੂੰਦ ਇੱਕੋ ਹੀ ਹੈ, ਵੱਖ ਵੱਖ ਥਾਵਾਂ 'ਤੇ ਪੈਣ ਦੇ ਨਾਲ ਉਹ ਵੱਖ ਵੱਖ ਵਸਤੂਆਂ ਬਣਦੀਆਂ ਨੇ, ਵੱਖ ਵੱਖ ਸੁਭਾਅ ਪੈਦਾ ਹੋ ਜਾਂਦੇ ਹੈ। ਸੱਪ ਦੇ ਮੂੰਹ ਵਿੱਚ ਪੈ ਜਾਏ ਤਾਂ ਜ਼ਹਿਰ ਬਣ ਜਾਂਦੀ ਹੈ। ਚਿਤਵੇ ਬੁਰਿਆਈ, ਅਤੇ ਬੁਰਿਆਈ ਚਿਤਵਦੀ ਹੈ। ਸੱਪ ਜਿਹੜਾ ਨਾ ਲੋਕਾਂ ਨੂੰ ਡੰਗਦਾ ਹੈ, ਉਹ ਫਿਰ ਜ਼ਹਿਰ ਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ। ਸੱਪ ਦੇ ਮੂੰਹ ਵਿੱਚ ਪਈ ਜ਼ਹਿਰ ਬਣ ਗਿਆ, ਉਹ ਬੁਰਿਆਈ ਚਿਤਵਦੀ ਹੈ। ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸ਼ਵਾਂਤੀ ਬੂੰਦ ਦੀ ਨਿਆਈ ਇਸੇ ਤਰ੍ਹਾਂ ਪਰਮਾਤਮਾ ਆਪ ਹੀ ਆਪ ਸਾਰੀਆਂ ਥਾਵਾਂ 'ਤੇ ਵਰਤਦਾ ਹੈ, ਪਰ ਸਤ ਸੰਗਤ ਦੇ ਵਿੱਚ ਉਹ ਸੁਭਾਈ, ਉਹਦਾ ਪ੍ਰਕਾਸ਼ ਹੁੰਦਾ ਹੈ। ਸਤ ਸੰਗਤ ਦੇ ਵਿੱਚ ਆਇਆਂ ਪਤਾ ਲੱਗਦਾ ਹੈ ਵੀ ਇੱਕ ਹੀ ਪਰਮਾਤਮਾ ਅਨੇਕਾਂ ਹੀ ਰੂਪਾਂ, ਰੰਗਾਂ ਅਤੇ ਗੁਣਾਂ ਕਰਕੇ ਸਾਰੀਆਂ ਥਾਵਾਂ 'ਤੇ ਵਿਆਪਕ ਹੈ। ਪਰਮੇਸ਼ਰ ਵਾਹਿਗੁਰੂ ਜੀ ਦੀ ਨਿਰਲੇਪਤਾ ਦਰਸਾਉਣ ਵਾਸਤੇ ਭਾਈ ਸਾਹਿਬ ਜੀ ਨੇ ਇੱਥੇ ਸ਼ਵਾਂਤੀ ਬੂੰਦ ਦਾ ਉਦਾਹਰਣ ਦਿੱਤਾ ਹੈ। ਜਾਂ ਇਉਂ ਕਹਿ ਲਓ ਵੀ ਜਿਵੇਂ ਪ੍ਰਕਾਸ਼ ਹੁੰਦਾ ਹੈ, ਸੂਰਜ ਦਾ ਜਿਹੜਾ ਚਾਨਣ ਹੈ ਨਾ, ਉਸ ਚਾਨਣ ਦੇ ਵਿੱਚ ਕੋਈ ਚੰਗੇ ਕੰਮ ਕਰਦਾ ਹੈ, ਕੋਈ ਪਾਪ ਕਰਦਾ ਹੈ, ਕੋਈ ਪੁੰਨ ਕਰਦਾ ਹੈ, ਪਰ ਚਾਨਣ ਦਾ ਕੋਈ ਦੋਸ਼ ਨਹੀਂ। ਸ਼ਵਾਂਤੀ ਬੂੰਦ ਦਾ ਥੋੜ੍ਹੀ ਕੋਈ ਦੋਸ਼ ਹੈ। ਸੱਪ ਦੇ ਮੂੰਹ 'ਚ ਪੈ ਗਈ, ਉੱਥੇ ਜ਼ਹਿਰ ਬਣ ਗਿਆ, ਕੇਲੇ 'ਤੇ ਪੈ ਗਈ, ਕਪੂਰ ਬਣ ਗਿਆ। ਉਹ ਤਾਂ ਨਿਰਲੇਪ ਹੈ। ਸੂਰਜ ਦੇ ਚਾਨਣ ਵਿੱਚ ਕੋਈ ਚੰਗੇ ਕਰਮ ਕਰ ਰਿਹਾ, ਕੋਈ ਮੰਦੇ ਕਰ ਰਿਹਾ ਹੈ,
ਪਰ ਪ੍ਰਕਾਸ਼ ਹੈ ਜਿਹੜਾ, ਸੂਰਜ ਜਿਹੜਾ ਹੈ ਉਹ ਨਿਰਲੇਪ ਹੈ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਨਾ ਉਹ ਨਿਰਲੇਪ ਹੈ। ਪਰਮਾਤਮਾ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਵੀ ਇਹ ਪਰਮੇਸ਼ਰ ਕਰ ਰਿਹਾ ਹੈ। ਉਹ ਤਾਂ ਪ੍ਰਕਾਸ਼ ਦੇ ਰਿਹਾ ਹੈ, ਸੱਤਾ ਦੇ ਰਿਹਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਰ ਥਾਂ 'ਤੇ ਵਾਹਿਗੁਰੂ ਪਰਮਾਤਮਾ ਸ਼ਵਾਂਤੀ ਬੂੰਦੀ ਦੇ ਨਿਆਈ ਉਹ ਵਸ ਰਿਹਾ ਹੈ। ਸਾਰੇ ਪਾਸੇ ਉਹਦੀ ਜੋਤ ਪ੍ਰਕਾਸ਼ ਰਹੀ ਹੈ। ਹਰ ਥਾਂ 'ਤੇ ਪਰਮਾਤਮਾ ਵਸਦਾ ਹੈ। ਹੁਣ ਅਗਲੀ 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਕਥਨ ਕਰਦੇ ਹੈ, ਸੋਈ ਤਾਂਬਾ ਰੰਗ ਸੰਗ ਜਿਉ ਕਹਿਹਾਂ ਹੋਈ। ਹੁਣ ਇਸ ਪੌੜੀ ਦੇ ਵਿੱਚ ਤਾਂਬੇ ਦਾ ਜ਼ਿਕਰ ਕਰਦੇ ਨੇ। ਤਾਂਬਾ ਇੱਕੋ ਹੀ ਹੈ, ਪਰ ਵੱਖ-ਵੱਖ ਸੰਗਤ ਮਿਲਣ ਦੇ ਨਾਲ ਉਹ ਵੱਖ-ਵੱਖ ਰੂਪ ਬਣ ਜਾਂਦਾ ਹੈ। ਵੱਖਰਾ ਸੁਭਾਅ, ਵੱਖਰੇ ਗੁਣ ਉਹਦੇ ਵਿੱਚ ਪੈਦਾ ਹੋ ਜਾਂਦੇ ਨੇ। ਸੋਈ ਤਾਂਬਾ ਰੰਗ ਸੰਗ, ਭਾਈ ਸਾਹਿਬ ਜੀ ਕਹਿੰਦੇ ਉਹੀ ਤਾਂਬਾ ਜਿਹੜਾ ਨਾ ਕਲੀ ਦੇ ਨਾਲ ਮਿਲ ਕੇ, ਕਲੀ ਦੀ ਸੰਗਤ ਕਰਕੇ ਜਿਉਂ ਕਹਿਹਾਂ ਹੋਈ, ਜਿਵੇਂ ਉਹ ਕਹਿਹਾਂ ਕਹਿ ਬਣ ਜਾਂਦਾ ਹੈ, ਕਾਂਸ਼ੀ ਦਾ ਭਾਂਡਾ ਬਣ ਜਾਂਦਾ ਹੈ। ਤਾਂਬੇ ਦੀ ਸੰਗਤ, ਜਦੋਂ ਤਾਂਬਾ ਕਲੀ ਦੇ ਨਾਲ ਮਿਲਦਾ, ਪਹਿਲਾਂ ਕਲੀ ਕਰਦੇ ਹੁੰਦੇ ਸੀ, ਤਾਂਬੇ ਦੀ ਸੰਗਤ ਕਲੀ ਨਾਲ ਹੋਈ ਤੇ ਉਹ ਕਹਿਹਾਂ ਬਣ ਗਿਆ। ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਉਹੀ ਤਾਂਬਾ ਜਦ ਜਿਸਤ ਧਾਤ ਦੇ ਨਾਲ ਮਿਲਦਾ ਹੈ ਫਿਰ ਅਸੀਂ ਉਸ ਨੂੰ ਪਿੱਤਲ ਬਣਿਆ ਹੋਇਆ ਵੇਖਦੇ ਹਾਂ। ਤਾਂਬਾ ਜਿਸ ਦੇ ਨਾਲ ਮਿਲਿਆ ਫਿਰ ਪਿੱਤਲ ਬਣ ਗਿਆ। ਸੋਈ ਸੀਸੇ ਸੰਗਤੀ ਪੰਘਾਰ ਭੁਲੋਈ, ਤੇ ਉਹੀ ਤਾਂਬੇ ਦੀ ਸੰਗਤ ਜਦ ਸਿੱਕੇ ਦੇ ਨਾਲ ਹੁੰਦੀ ਹੈ। ਪੁਰਾਣੇ ਸਮੇਂ ਵਿੱਚ ਸਿੱਕਾ ਢਾਲਿਆ ਜਾਂਦਾ ਸੀ, ਕਈ ਕੁਝ ਬਣਦਾ ਸੀ ਉਹਦੇ ਤੋਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਤੇ ਜਦੋਂ ਸਿੱਕੇ ਦੇ ਨਾਲ ਮਿਲਦਾ ਹੈ ਨਾ ਉਹ ਤਾਂਬਾ, ਸਿੱਕੇ ਦੀ ਸੰਗਤ ਕਰਦਾ ਹੈ, ਪੰਘਾਰ ਭੁਲੋਈ, ਤੇ ਫਿਰ ਉਹਦੇ ਤੋਂ ਭਰਤ ਬਣ ਜਾਂਦਾ ਹੈ। ਸਿੱਕੇ ਨਾਲ ਮਿਲਿਆ ਭਰਤ ਦੀ ਧਾਤ ਬਣ ਜਾਂਦਾ ਹੈ। ਭਰਤ ਇੱਕ ਮਿਲਵੀਂ ਧਾਤ ਦਾ ਨਾਮ ਹੁੰਦਾ ਹੈ, ਉਹ ਭਰਤ ਬਣ ਜਾਂਦਾ ਹੈ। ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਤਾਂਬਾ ਜਦ ਪਾਰਸ ਦੀ ਵੱਟੀ ਦੇ ਨਾਲ ਛੂਹ ਜਾਂਦਾ ਹੈ, ਉਹਦੀ ਸੰਗਤ ਪਾਰਸ ਦੇ ਨਾਲ ਹੋ ਜਾਂਦੀ ਹੈ। ਹੋਏ ਕੰਚਨ ਸੋਈ, ਫਿਰ ਉਹ ਕੰਚਨ ਸੋਨਾ ਬਣ ਜਾਂਦਾ ਹੈ। ਤਾਂਬਾ ਤੇ ਪਾਰਸ ਜਦੋਂ ਉਹ ਮਿਲਦੇ ਨੇ ਪਾਰਸ ਦੀ ਵੱਟੀ ਛੂਹਣ ਦੇ ਨਾਲ, ਫਿਰ ਉਹ ਸੋਨਾ ਬਣ ਜਾਂਦਾ ਹੈ। ਸੋਈ ਤਾਂਬਾ ਭਸਮ ਹੋਏ ਅਵਖਦ ਔਖਦ ਕਰ ਭੋਈ, ਤੇ ਉਸ ਤਾਂਬੇ ਨੂੰ ਜਦ ਵੈਦ ਲੋਕ ਵਿਧੀਵਤ ਤਰੀਕੇ ਦੇ ਨਾਲ ਢਾਲਦੇ ਹੈ, ਤਾਂਬੇ ਨੂੰ ਮਾਰਦੇ ਹੈ, ਫਿਰ ਉਹਦੀ ਭਸਮ ਬਣ ਜਾਂਦੀ ਹੈ ਤਾਂਬੇ ਦੀ। ਉਹ ਔਸ਼ਧੀਆਂ ਦੇ ਵਿੱਚ ਪੈਂਦੀ ਹੈ। ਤਾਂਬੇ ਦੀ ਭਸਮ ਕਈ ਤਰ੍ਹਾਂ ਦੇ ਫਿਰ ਉਹ ਰੋਗ ਦੂਰ ਕਰਦੀ ਹੈ। ਉਹ ਮਾਰਿਆ ਹੋਇਆ ਤਾਂਬਾ, ਉਹਦੀ ਜਦ ਭਸਮ ਬਣ ਜਾਂਦੀ ਹੈ ਤਾਂ ਉਸ ਨੂੰ ਔਸ਼ਧੀ ਕਿਹਾ ਜਾਂਦਾ, ਦਵਾਈ ਕਿਹਾ ਜਾਂਦਾ ਹੈ। ਉਹ ਫਿਰ ਤਮੇਸਰ ਬਣ ਜਾਂਦਾ ਹੈ। ਤਾਂਬਾ ਤਾਂ ਇੱਕ ਹੀ ਹੈ, ਪਰ ਵੇਖੋ ਵੱਖਰੀ ਵੱਖਰੀ ਸੰਗਤ ਮਿਲੀ ਤੇ ਕਈ ਰੂਪ ਧਾਰਨ ਕਰ ਗਿਆ। ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੋ ਹੈ ਸਾਰਿਆਂ ਘਟਾਂ ਦੇ ਵਿੱਚ, ਹਿਰਦਿਆਂ ਦੇ ਵਿੱਚ ਆਪ ਹੀ ਵਰਤਦਾ ਹੈ, ਪਰ ਸੰਗਤ ਦਾ ਜਿਹੜਾ ਗੁਣ ਹੈ ਉਹ ਭਿੰਨ ਭਿੰਨ ਕਿਹਾ ਜਾਂਦਾ ਹੈ। ਤਾਂਬੇ ਨੂੰ ਤਰ੍ਹਾਂ ਤਰ੍ਹਾਂ ਦੀ ਸੰਗਤ ਮਿਲੀ, ਉਹ ਕਈ ਰੂਪ ਧਾਰਨ ਕਰ ਗਿਆ, ਕਈ ਗੁਣ ਪੈਦਾ ਹੋ ਗਏ ਉਹਦੇ ਵਿੱਚ। ਤਾਂਬਾ ਤਾਂ ਇੱਕੋ ਹੀ ਹੈ, ਪਰ ਉਹਦੇ ਭਿੰਨ ਭਿੰਨ ਰੂਪ ਬਣ ਗਏ। ਸੰਗਤ ਮਿਲਣ ਦੇ ਨਾਲ ਭਿੰਨ ਭਿੰਨ ਵਸਤੂਆਂ ਬਣ ਗਈਆਂ। ਇਸੇ ਤਰ੍ਹਾਂ ਜੋਤ ਤਾਂ ਇੱਕੋ ਹੀ ਪਰਮੇਸ਼ਰ ਵਾਹਿਗੁਰੂ ਜੀ ਦੀ ਹੈ, ਅਤੇ ਉਹ ਇੱਕੋ ਹੀ ਜੋਤ ਹੋਣ ਕਰਕੇ ਵੀ ਅਨੇਕਾਂ ਰੂਪਾਂ, ਰੰਗਾਂ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਦੇ ਵਿੱਚ ਉਹ ਸਮਾਇਆ ਹੋਇਆ ਹੈ। ਇੱਕ
ਤਾਂਬਾ ਉਹ ਸੰਗਤ ਦੇ ਭੇਦ ਕਰਕੇ ਕਈ ਰੂਪ ਕਈ ਪ੍ਰਕਾਰ ਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਵੇਂ ਚਾਨਣ ਹੁੰਦਾ ਹੈ, ਅੱਜ ਕੱਲ੍ਹ ਆਪਾਂ ਘਰਾਂ ਦੇ ਵਿੱਚ ਜਦੋਂ ਵਿਆਹ ਸ਼ਾਦੀ ਹੁੰਦੀ ਲੜੀਆਂ ਪਵਾਉਂਦੇ ਹੈ, ਉਹ ਸ਼ੀਸ਼ਾ ਜਿਹੜਾ ਹੁੰਦਾ ਨਾ ਛੋਟੇ ਜਿਹੇ ਬਲਬ ਦੇ ਉੱਪਰ, ਉਹ ਰੰਗ ਭੇਦ ਕਰਕੇ ਉਹੋ ਜਿਹੇ ਰੰਗ ਸਾਨੂੰ ਹਰੀਆਂ ਲਾਈਟਾਂ ਨਜ਼ਰ ਆਉਂਦੀਆਂ ਨੇ, ਕਿਤੇ ਲਾਲ ਕਿਤੇ ਪੀਲੀਆਂ। ਚਾਨਣ ਤੇ ਉਹਨਾਂ ਦਾ ਚਿੱਟਾ ਹੀ ਹੈ ਨਾ, ਪਰ ਉਹ ਸ਼ੀਸ਼ੇ ਦੇ ਭੇਦ ਕਰਕੇ ਕਈ ਰੰਗ ਨਜ਼ਰ ਆਉਂਦੇ ਹੈ। ਇਸੇ ਤਰ੍ਹਾਂ ਜੋਤ ਰੂਪ ਪਰਮਾਤਮਾ ਜੋ ਹੈ ਉਹ ਇੱਕ ਹੀ ਹੈ ਸਾਰਿਆਂ ਦੇ ਵਿੱਚ, ਪਰ ਵੱਖ-ਵੱਖ ਵਸਤੂਆਂ ਦੇ ਵਿੱਚ ਸਮਾਇਆ ਹੈ, ਅਤੇ ਉਹ ਸਾਨੂੰ ਭਿੰਨਤਾ ਜਿਹੜੀ ਹੈ ਨਾ ਨਜ਼ਰ ਆਉਂਦੀ ਹੈ। ਕਿਤੇ ਕੁਝ ਨਜ਼ਰ ਆ ਰਿਹਾ, ਕਿਤੇ ਸਾਨੂੰ ਕੁਝ ਨਜ਼ਰ ਆ ਰਿਹਾ ਹੈ। ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਰੂਪ ਤਾਂ ਬਹੁਤੇ ਨੇ, ਪਰ ਉਹ ਸਭ ਤੋਂ ਨਿਆਰਾ ਹੈ, ਸਭ ਤੋਂ ਵੱਖਰਾ ਹੈ। ਹੁਣ ਅਗਲੀ ਪੌੜੀ ਦੇ ਵਿੱਚ ਪਾਣੀ ਦੀ ਉਦਾਹਰਣ ਦੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਵਾਹਿਗੁਰੂ ਜੀ ਦੀ ਵਿਆਪਕਤਾ ਦੱਸ ਰਹੇ ਨੇ। ਇਹ ਜਿਹੜੀ ਦੂਜੀ ਵਾਰ ਹੈ, ਇਹਦੇ ਵਿੱਚ ਸਾਰੀ 'ਚ ਇਹੀ ਦੱਸਿਆ ਵੀ ਉਹ ਆਪ ਹੀ ਆਪ ਸਾਰੀਆਂ ਥਾਵਾਂ 'ਤੇ ਵਰਤਦਾ ਹੈ। ਪਾਣੀ ਕਾਲੇ ਰੰਗ ਵਿੱਚ ਜਿਉਂ ਕਾਲਾ ਦਿਸੈ। ਅਸੀਂ ਆਮ ਬੋਲ ਚਾਲ ਦੇ ਵਿੱਚ ਲੱਲੇ ਦੇ ਪੈਰ 'ਚ ਬਿੰਦੀ ਲਾਉਂਦੇ ਹਾਂ। ਮੇਰਾ ਮਤਲਬ ਇਹ ਨਹੀਂ ਦੱਸਣ ਦਾ ਵੀ ਨਹੀਂ ਲਾਉਣੀ, ਆਪਾਂ ਕਹਿੰਦੇ ਹਾਂ ਕਾਲਾ, ਅਤੇ ਜੇ ਲੱਲੇ ਦੇ ਪੈਰ 'ਚ ਬਿੰਦੀ ਨਹੀਂ ਉਹ ਕਾਲਾ। ਜੋ ਮੂਲ ਰੂਪ ਵਿੱਚ ਲਿਖਿਆ ਹੈ, ਪਾਠ ਪੜ੍ਹਨ ਲੱਗਿਆਂ ਮੂਲ ਰੂਪ ਵਿੱਚ ਹੀ ਉਚਾਰਨ ਕੀਤਾ ਜਾਵੇਗਾ, ਪਰ ਅਰਥ ਦੇ ਵਿੱਚ ਜਿਵੇਂ ਅਸੀਂ ਜਿਹੜੀ ਬੋਲੀ ਬੋਲਦੇ ਹਾਂ ਉਹ ਸ਼ਬਦ ਬੋਲੇ ਜਾਣਗੇ, ਉਸ ਤਰ੍ਹਾਂ ਅਰਥ ਕੀਤੇ ਜਾਂਦੇ ਨੇ। ਪਾਣੀ ਕਾਲੇ ਰੰਗ ਵਿੱਚ ਜਿਉਂ ਕਾਲਾ ਦਿਸੈ। ਭਾਈ ਸਾਹਿਬ ਜੀ ਕਹਿੰਦੇ ਵੇਖੋ, ਜਿਹੜਾ ਪਾਣੀ ਹੈ ਨਾ ਉਹ ਕਾਲੇ ਰੰਗ ਦੇ ਵਿੱਚ ਕਾਲਾ ਹੀ ਪ੍ਰਤੀਤ ਹੁੰਦਾ ਹੈ। ਜਾਂ ਇਉਂ ਕਹਿ ਲਓ ਵੀ ਪਾਣੀ ਤੁਸੀਂ ਲੈ ਲਓ, ਪਾਣੀ ਵਿੱਚ ਕਾਲਾ ਰੰਗ ਪਾਓਗੇ ਉਹਨੇ ਕਾਲਾ ਰੂਪ ਬਣ ਜਾਣਾ। ਪਾਣੀ ਵਿੱਚ ਹਰਿਆ ਰੰਗ ਪਾਓ ਉਹਨੇ ਹਰਿਆ ਬਣ ਜਾਣਾ ਹੈ। ਲਾਲ ਰੰਗ ਪਾਓ ਉਹਨੇ ਲਾਲ ਬਣ ਜਾਣਾ ਹੈ। ਉੱਦਾਂ ਦਾ ਦਿਸਣਾ ਜਿਹੜਾ ਰੰਗ ਪਾਓਗੇ ਤੁਸੀਂ। ਘਰਾਂ ਵਿੱਚ ਰੰਗ ਕੀਤਾ ਜਾਂਦਾ ਨਾ, ਟਿਊਬਾਂ ਲਿਆ ਕੇ ਅਤੇ ਉਹ ਰੰਗ ਬਣਾਏ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ, ਵੀ ਇਸ ਕੰਧ ਨੂੰ ਕਿਹੜਾ ਰੰਗ ਕਰੀਏ, ਇਹਨੂੰ ਕਿਹੜਾ ਰੰਗ ਕਰੀਏ। ਉਹ ਜਿਵੇਂ ਦੀ ਟਿਊਬ ਪਾ ਦੋਗੇ ਉੱਦਾਂ ਦਾ ਰੰਗ ਹੋ ਜਾਣਾ। ਪਾਣੀ ਤਾਂ ਇੱਕੋ ਹੀ ਹੈ, ਪਰ ਉਹ ਦਿਸਦਾ ਵੱਖੋ ਵੱਖਰਾ ਹੈ, ਜਿਵੇਂ ਜਿਵੇਂ ਦਾ ਰੰਗ ਉਹਨੂੰ ਮਿਲ ਗਿਆ। ਪਾਣੀ ਕਾਲੇ ਰੰਗ ਵਿੱਚ ਜਿਉਂ ਕਾਲਾ ਦਿਸੈ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਪਾਣੀ ਹੈ ਕਾਲੇ ਰੰਗ ਵਿੱਚ ਜਿਵੇਂ ਉਹ ਕਾਲਾ ਨਜ਼ਰ ਆਉਂਦਾ ਹੈ। ਰੱਤਾ ਰੱਤੇ ਰੰਗ ਵਿੱਚ ਮਿਲ ਮੇਲ ਸਲਿਸੈ। ਰੱਤਾ ਕਹਿੰਦੇ ਨੇ ਲਾਲ ਰੰਗ ਨੂੰ। ਜੇ ਲਾਲ ਰੰਗ ਹੋਵੇ ਤਾਂ ਉਸ ਵਿੱਚ ਲਾਲ ਹੀ ਦਿਸਦਾ ਹੈ। ਰੱਤਾ ਰੱਤੇ ਰੰਗ ਵਿੱਚ, ਲਾਲ ਰੰਗ ਵਿੱਚ ਉਹ ਪਾਣੀ ਲਾਲ ਹੀ ਦਿਸੇਗਾ। ਮਿਲ ਮੇਲ ਸਲਿਸੈ, ਅਤੇ ਜਿਸ ਤਰ੍ਹਾਂ ਦਾ ਜਿਹੋ ਜਿਹੇ ਮੇਲ ਵਿੱਚ ਮਿਲੇਗਾ ਸਲਿਸੈ ਉਹਦੇ ਵਰਗਾ ਹੀ ਬਣ ਜਾਵੇਗਾ। ਪੀ ਲੈ ਪੀਲਾ ਹੋਏ ਮਿਲੈ, ਹਿਤ ਜਿਹੀ ਵਿਸੈ। ਪੀਲੇ ਰੰਗ ਵਿੱਚ ਮਿਲ ਕੇ ਪੀਲਾ ਹੋ ਜਾਂਦਾ ਹੈ, ਪੀਲਾ ਨਜ਼ਰ ਆਉਂਦਾ ਪਾਣੀ ਫਿਰ। ਹਿਤ ਜਿਹੀ ਵਿਸੈ, ਹਿਤ ਦਾ ਅਰਥ ਹੁੰਦਾ ਕਾਰਨ। ਜਿਹੋ ਜਿਹਾ ਕਾਰਨ ਹੋਵੇਗਾ ਨਾ ਵਿਸੈ, ਉਹੋ ਜਿਹਾ ਹੀ ਉਹ ਨਜ਼ਰ ਆਵੇਗਾ। ਜਿਹੜਾ ਰੰਗ ਪਾਓਗੇ ਪਾਣੀ 'ਚ ਉਹੋ ਜਿਹਾ ਹੀ ਉਹ ਰੰਗ ਨਜ਼ਰ ਆਉਣਾ ਹੈ। ਸਾਵਾ ਸਾਵੇ ਰੰਗ ਮਿਲ ਸਭ ਰੰਗ ਸਰਿਸੈ। ਸਾਵਾ ਰੰਗ ਜਿਹੜਾ ਸਾਵੇ ਰੰਗ ਨਾਲ ਮਿਲ ਕੇ ਸਾਵਾ ਰੰਗ ਉਹ ਨਜ਼ਰ ਆਉਂਦਾ ਹੈ। ਸਾਵਾ ਹਰੇ ਰੰਗ ਨੂੰ ਕਹਿੰਦੇ ਹੈ। ਸੋ ਸਾਵੇ ਰੰਗ ਵਿੱਚ ਮਿਲੇ ਤਾਂ ਸਾਵਾ, ਹਰੇ ਰੰਗ ਵਿੱਚ ਮਿਲੇ ਤਾਂ ਹਰਿਆ ਦਿਸਦਾ ਹੈ। ਸਭ ਰੰਗ ਸਰਿਸੈ, ਸਾਰੇ ਜਿੰਨੇ ਵੀ ਰੰਗ ਨੇ ਜਿਸ ਰੰਗ ਦੇ ਨਾਲ ਉਹਦਾ ਮੇਲ ਹੋਵੇਗਾ, ਸਰਿਸੈ ਉਹਦੇ ਸਾਰਖਾ ਉਹਦੇ ਵਰਗਾ ਹੀ ਉਹ ਪਾਣੀ ਬਣ ਜਾਵੇਗਾ। ਤੱਤਾ ਠੰਡਾ ਹੋਏ ਕੈ, ਹਿਤ ਜਿਸੈ ਤਿਸੈ। ਫਿਰ ਤੱਤਾ ਅਤੇ ਠੰਡਾ ਜਿਹੋ ਜਿਹਾ ਕਾਰਨ ਬਣੇ, ਪਾਣੀ ਨੂੰ ਭਾਂਡੇ 'ਚ ਪਾ ਕੇ ਚੁੱਲ੍ਹੇ ਉੱਤੇ ਰੱਖੋ, ਅੱਗ ਬਾਲੋ, ਉੱਥੇ ਤੱਤਾ ਹੋ ਜਾਣਾ, ਗਰਮ ਹੋ ਜਾਣਾ।
ਭਾਂਡੇ 'ਚ ਪਾ ਕੇ ਫਰਿੱਜ 'ਚ ਰੱਖੋ, ਉਹ ਬਰਫ਼ ਬਣ ਜਾਵੇ, ਠੰਡਾ ਹੋ ਜਾਣਾ। ਪਾਣੀ ਤਾਂ ਉਹੀ ਹੈ ਨਾ, ਇੱਕ ਪਾਸੇ ਉਬਲ ਰਿਹਾ, ਇੱਕ ਪਾਸੇ ਉਹ ਬਰਫ਼ ਦਾ ਢੇਲਾ ਬਣਿਆ ਹੋਇਆ। ਭਾਈ ਸਾਹਿਬ ਜੀ ਕਹਿੰਦੇ ਨੇ ਤੱਤਾ ਠੰਡਾ ਹੋਏ ਕੈ, ਫਿਰ ਤੱਤਾ ਤੇ ਠੰਡਾ ਹੋ ਕੇ ਹਿਤ ਜਿਸੈ ਤਿਸੈ, ਜਿਹੋ ਜਿਹਾ ਕਾਰਨ ਬਣਦਾ ਨਾ ਪਾਣੀ ਉਹੋ ਜਿਹਾ ਹੀ ਹੋ ਜਾਂਦਾ ਹੈ। ਆਪੇ ਆਪ ਵਰਤਦਾ ਗੁਰਮੁਖ ਸੁਖ ਜਿਸੈ। ਇਸੇ ਤਰ੍ਹਾਂ ਪਰਮਾਤਮਾ ਸਾਰੇ ਪਾਸੇ ਉਹ ਆਪ ਹੀ ਆਪ ਵਰਤ ਰਿਹਾ ਹੈ, ਸਾਰੇ ਪਾਸੇ ਉਸੇ ਦਾ ਪਸਾਰਾ ਹੈ। ਸਾਨੂੰ ਕਿਤੇ ਉਹ ਹਰੇ ਰੰਗ ਦਾ ਨਜ਼ਰ ਆ ਰਿਹਾ, ਕਿਤੇ ਪੀਲੇ ਦਾ, ਕਿਤੇ ਲਾਲ ਦਾ। ਪੰਛੀਆਂ ਵਿੱਚ ਹੈ ਤੋਤਾ ਹਰੇ ਰੰਗ ਦਾ ਹੈ, ਅਸੀਂ ਕਹਿੰਦੇ ਤੋਤਾ ਹਰੇ ਰੰਗ ਦਾ ਹੈ, ਪਰ ਜੋਤ ਤਾਂ ਉਹਦੇ ਵਿੱਚ ਵੀ ਪਰਮੇਸ਼ਰ ਦੀ ਹੈ। ਸੱਤਾ ਜਿਹੜੀ ਹੈ ਨਾ ਉਹ ਪਰਮਾਤਮਾ ਦੀ ਹੈ ਉਹਦੇ ਵਿੱਚ। ਪਸ਼ੂਆਂ ਪੰਛੀਆਂ ਦੇ ਵਿੱਚ, ਮਨੁੱਖਾਂ ਦੇ ਵਿੱਚ, ਸਾਰੀਆਂ ਥਾਵਾਂ 'ਤੇ ਹੈ। ਸਾਰੇ ਪਾਸੇ ਉਹਦਾ ਹੀ ਪਸਾਰਾ ਹੈ, ਸਾਰੇ ਪਾਸੇ ਪ੍ਰਭੂ ਪਰਮੇਸ਼ਰ ਹੀ ਵਰਤਦਾ ਹੈ। ਗੁਰਮੁਖ ਸੁਖ ਜਿਸੈ, ਅਤੇ ਜਿਹੜਾ ਗੁਰਮੁਖ ਹੈ ਨਾ ਉਸ ਖੇਡ ਨੂੰ, ਪਰਮਾਤਮਾ ਦੀ ਇਸ ਖੇਡ ਨੂੰ ਸਮਝ ਕੇ ਉਹ ਸਦਾ ਹੀ ਸੁਖੀ ਰਹਿੰਦਾ ਹੈ, ਉਹ ਸਦਾ ਹੀ ਸੁਖ ਪਾਉਂਦਾ ਹੈ, ਸੁਖ ਮਾਣਦਾ ਹੈ ਘਟ ਘਟ ਦੇ ਵਿੱਚ ਪਰਮਾਤਮਾ ਨੂੰ ਜਾਣਦਾ ਹੋਇਆ। ਹੁਣ ਅਗਲੀ ਪੌੜੀ 8ਵੀਂ ਪੌੜੀ ਵਿੱਚ ਇੱਕ ਦੀਵੇ ਦਾ ਦ੍ਰਿਸ਼ਟਾਂਤ ਦੇ ਕੇ, ਉਦਾਹਰਣ ਦੇ ਕੇ ਪਰਮਾਤਮਾ ਦੀ ਵਿਆਪਕਤਾ ਨੂੰ ਭਾਈ ਗੁਰਦਾਸ ਸਾਹਿਬ ਜੀ ਸਿੱਧ ਕਰਦੇ ਹੈ। ਦੀਵਾ ਬਲੈ ਬੈਸੰਤ ਰਹੋ ਚਾਨਣ ਹਨੇਰੇ। ਹਨੇਰੇ ਪਾਠ ਹੈ, ਐੜੇ ਨੂੰ ਕੰਨਾ ਨਹੀਂ ਹੈ। ਭਾਈ ਗੁਰਦਾਸ ਜੀ ਕਥਨ ਕਰਦੇ ਨੇ ਦੀਵਾ ਬਲੈ ਬੈਸੰਤ ਰਹੋ। ਜਿਹੜਾ ਦੀਵਾ ਹੈ ਨਾ ਉਹ ਅੱਗ ਨਾਲ ਬਲਦਾ ਹੈ। ਦੀਵਾ ਪੂਰਾ ਤਿਆਰ ਹੋਵੇ ਤਾਂ ਉਹਨੂੰ ਅਗਨੀ ਲਾਓ, ਫਿਰ ਹੀ ਉਹਦੀ ਲਾਟ ਜਿਹੜੀ ਹੈ ਉਹ ਚਾਨਣ ਕਰਦੀ ਹੈ। ਦੀਵਾ ਅੱਗ ਦੇ ਸੰਗ ਨਾਲ, ਅੱਗ ਨਾਲ ਜਿਹੜਾ ਹੈ ਉਹ ਦੀਵਾ ਬਲਦਾ ਹੈ। ਚਾਨਣ ਹਨੇਰੇ, ਹਨੇਰੇ ਵਿੱਚ ਚਾਨਣ ਕਰਦਾ ਹੈ। ਦੀਪਕ ਵਿੱਚੋ ਮਸ ਹੋਏ ਕੰਮ ਆਏ ਲਿਖੇਰੇ। ਫਿਰ ਉਸੇ ਦੀਵੇ ਦੇ ਵਿੱਚੋਂ ਸਿਆਹੀ ਬਣਦੀ ਹੈ। ਦੀਪਕ ਵਿੱਚੋ ਮਸ ਹੋਏ, ਉਸ ਦੀਵੇ ਦੀ ਲਾਟ ਨਾਲ ਉੱਪਰ ਜੋ ਸ਼ਾਹੀ ਕਾਲਖ ਲੱਗਦੀ ਹੈ ਨਾ ਉਹ ਲਿਖਣ ਵਾਲੇ ਲਿਖਾਰੀ ਦੇ ਕੰਮ ਆਉਂਦੀ ਹੈ। ਅੱਜ ਕੱਲ੍ਹ ਤਾਂ ਹੁਣ ਕੈਮੀਕਲ ਇੱਦਾਂ ਸਿਆਹੀ ਬਣਦੀ ਹੈ, ਪਹਿਲਾਂ ਦੀਵੇ ਤੋਂ ਸਿਆਹੀ ਬਣਦੀ ਹੁੰਦੀ ਸੀ। ਜਿਹੜਾ ਦੀਵੇ ਵਿੱਚ ਤੇਲ ਪਾਇਆ ਜਾਂਦਾ ਸੀ ਨਾ ਉਹਦੇ ਵਿੱਚ ਬਹੁਤ ਕੁਝ ਪਾਇਆ ਜਾਂਦਾ ਸੀ ਤਾਂ ਕਿ ਸਿਆਹੀ ਪੱਕੇ ਰੰਗ ਦੀ ਬਣੇ, ਉਹ ਰੰਗ ਕੱਚਾ ਨਾ ਹੋਵੇ, ਫੈਲੇ ਨਾ। ਤੇ ਦੀਵੇ ਦੇ ਉੱਤੇ ਕੁਝ ਰੱਖ ਦਿੰਦੇ ਸੀ, ਉਹ ਦੀਵੇ ਦੀ ਲਾਟ ਦੇ ਨਾਲ ਉੱਤੇ ਨਾ ਜਦੋਂ ਉਹਦਾ ਧੂੰਆਂ ਜਾਂਦਾ ਸੀ ਕਾਲਖ ਤੋਂ, ਉਹ ਫਿਰ ਸਿਆਹੀ ਬਣਦੀ ਸੀ। ਉਹ ਦ੍ਰਿਸ਼ਟਾਂਤ ਭਾਈ ਸਾਹਿਬ ਨੇ ਦੱਸਿਆ ਹੈ ਵੀ ਦੀਵੇ ਤੋਂ ਸਿਆਹੀ ਬਣਦੀ ਹੈ, ਫਿਰ ਲਿਖਣ ਦੇ ਕੰਮ ਆਉਂਦੀ ਹੈ, ਲਿਖਾਰੀਆਂ ਦੇ ਕੰਮ ਆਉਂਦੀ ਹੈ, ਲਿਖਦੇ ਨੇ ਉਹਦੇ ਨਾਲ। ਕੱਜਲ ਹੋਵੇ ਕਾਮਣੀ ਸੰਗ ਭਲੇ ਭਲੇਰੇ। ਫਿਰ ਦੀਵੇ ਦੇ ਉੱਪਰ ਜਿਹੜੀ ਕਾਲਖ ਹੁੰਦੀ ਹੈ ਨਾ ਉਸ ਕਾਲਖ ਨੂੰ ਲਾਹ ਕੇ ਕਾਮਣੀ ਜਿਹੜੀ ਇਸਤਰੀ ਹੈ ਉਹ ਅੱਖਾਂ ਵਿੱਚ ਪਾਵੇ, ਕੱਜਲ ਬਣਾ ਲੈਂਦੀ ਹੈ। ਦੀਵੇ ਤੋਂ ਕੱਜਲ ਬਣਦਾ ਹੁੰਦਾ ਸੀ ਅੱਖਾਂ ਵਿੱਚ ਪਾਉਣ ਵਾਲਾ, ਅਤੇ ਉਹ ਵੀ ਇਹ ਵਿਸ਼ੇਸ਼ ਤੇਲ ਹੁੰਦਾ ਸੀ ਜਿਹੜਾ ਦੀਵੇ ਵਿੱਚ ਪਾਇਆ ਜਾਂਦਾ ਸੀ। ਬਜ਼ੁਰਗ ਮਾਈਆਂ ਨੂੰ ਪਤਾ ਹੋਵੇਗਾ, ਇਹਨਾਂ ਨੂੰ ਪੁੱਛ ਲਿਓ ਜ਼ਿਆਦਾ। ਸਾਡੇ ਵੇਲੇ ਤਾਂ ਜ਼ਮਾਨਾ ਹੀ ਬਦਲ ਗਿਆ, ਕਿਵੇਂ ਬਣਦਾ ਸੀ, ਕੀ ਹੁੰਦਾ ਸੀ। ਉਹ ਵਿਸ਼ੇਸ਼ ਤੇਲ ਹੁੰਦਾ ਸੀ ਅਤੇ ਉਹ ਕਾਲਖ ਤੋਂ ਫਿਰ ਕੱਜਲ ਬਣਦਾ ਸੀ। ਕਾਮਣੀ ਇਸਤਰੀ ਉਹਨੂੰ ਨੇਤਰਾਂ ਦੇ ਵਿੱਚ, ਅੱਖਾਂ ਵਿੱਚ ਪਾਉਂਦੀ ਸੀ। ਕੱਜਲ ਹੋਵੇ ਕਾਮਣੀ ਸੰਗ ਭਲੇ ਭਲੇਰੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਲਿਆਂ ਦੀ ਸੰਗਤ ਵਿੱਚ ਮਿਲ ਕੇ ਭਲੇ ਬਣੀਦਾ ਹੈ, ਬੁਰਿਆਂ ਦੀ ਸੰਗਤ ਵਿੱਚ ਮਿਲ ਕੇ ਬੁਰੇ ਬਣ ਜਾਈਦਾ ਹੈ। ਮਸਵਾਣੀ ਹਰ ਜਸ ਲਿਖੈ ਦਫਤਰ ਅਗਲੇਰੇ। ਫਿਰ ਉਹ ਕਾਲਖ ਨੂੰ ਜਦੋਂ ਦਵਾਤ ਵਿੱਚ ਪਾ ਲਈਦਾ ਸੀ, ਸਿਆਹੀ ਬਣਾ ਲਈਦੀ ਸੀ, ਘੋਲ ਬਣਾ ਲਈਦਾ ਸੀ, ਫਿਰ ਉਹ ਦਵਾਤ ਦੇ ਨਾਲ, ਦਵਾਤ ਦੇ ਵਿੱਚ ਜਿਹੜੀ ਸਿਆਹੀ ਹੈ ਹਰ ਜਸ ਲਿਖੈ, ਉਹਦੇ ਨਾਲ ਹਰੀ ਜਸ ਲਿਖਿਆ ਜਾਂਦਾ ਹੈ।
ਵਾਹਿਗੁਰੂ ਦੀ ਸਿਫਤ ਲਿਖੀ ਜਾਂਦੀ ਹੈ। ਦਫ਼ਤਰ ਅਗਲੇਰੇ, ਅਤੇ ਜਿਹੜੇ ਮੁਨਸ਼ੀ ਮੁਨੀਮ ਹੁੰਦੇ ਸਨ ਉਹ ਦਫ਼ਤਰ ਦੇ ਕੰਮ ਕਾਜ, ਅਗਲੇਰੇ ਦਾ ਅਰਥ ਬਹੁਤੇ, ਉਹ ਸਿਆਹੀ ਦੇ ਨਾਲ ਲੇਖਾ ਜੋਖਾ ਕਰਦੇ ਸੀ, ਸਾਰਾ ਲੇਖਾ ਲਿਖਦੇ ਸੀ। ਇੰਨੇ ਇਹਦੇ ਤੋਂ ਇੰਨੇ ਪੈਸੇ ਲੈਣੇ, ਇਹਨੂੰ ਇੰਨੇ ਦਿੱਤੇ ਨੇ, ਇੰਨਾ ਵਿਆਜ ਲੱਗਿਆ, ਆਹ ਕੁਝ ਹੋਇਆ, ਉਹ ਆਪਣੀ ਵਹੀ ਦੇ ਵਿੱਚ ਲਿਖਦੇ ਸੀ। ਤੋ ਦਫ਼ਤਰਾਂ ਦੇ ਵਿੱਚ ਉਹ ਸਿਆਹੀ ਲੇਖੇ ਦਾ ਕੰਮ ਕਰਦੀ ਹੈ। ਆਪੇ ਆਪ ਵਰਤਦਾ ਗੁਰਮੁਖ ਚੌ ਫੇਰੇ। ਭਾਈ ਸਾਹਿਬ ਜੀ ਕਹਿੰਦੇ ਇਹ ਸਾਰਾ ਕੁਝ ਉਸ ਕਰਤੇ ਦਾ ਆਪਣਾ ਖੇਡ ਹੈ, ਉਹਦੀ ਖੇਡ ਹੈ। ਉਹ ਆਪਣੇ ਆਪ ਹੀ ਖੇਡ ਵਰਤਾਉਂਦਾ ਹੈ। ਉੱਚਿਆਂ ਨੀਵਿਆਂ ਸਾਰਿਆਂ ਦੇ ਵਿੱਚ ਵੱਖ ਵੱਖ ਤਰੀਕਿਆਂ ਨਾਲ ਵਾਹਿਗੁਰੂ ਪਰਮਾਤਮਾ ਵਰਤ ਰਿਹਾ ਹੈ। ਦੀਵਾ ਇੱਕ ਹੀ ਹੈ ਅਤੇ ਉਹਦੇ ਤੋਂ ਅੱਗੇ ਕਈ ਕੰਮ ਹੋਏ ਨੇ। ਸਿਆਹੀ ਬਣੀ, ਹਰੀ ਜਸ ਲਿਖਿਆ ਗਿਆ, ਦਫ਼ਤਰ ਦੇ ਕੰਮ ਲਿਖੇ ਗਏ, ਉਸੇ ਦੀਵੇ ਦੀ ਕਾਲਖ ਤੋਂ ਕੱਜਲ ਬਣਿਆ, ਅੱਖਾਂ ਵਿੱਚ ਪਾਇਆ ਗਿਆ। ਸੋ ਵਾਹਿਗੁਰੂ ਪਰਮਾਤਮਾ ਇੱਕ ਹੀ ਹੈ। ਉਹਦੀ ਜੋਤ ਸਾਰਿਆਂ ਵਿੱਚ ਵਸ ਕੇ ਅਤੇ ਫਿਰ ਵੱਖੋ ਵੱਖਰੇ ਕੰਮ ਹੋ ਰਹੇ ਨੇ। ਕੋਈ ਲਿਖ ਰਿਹਾ, ਕੋਈ ਪੜ੍ਹ ਰਿਹਾ, ਕੋਈ ਦੌੜ ਰਿਹਾ, ਕੋਈ ਰੋਜੀ ਕਮਾ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ। ਵਾਹਿਗੁਰੂ ਦੀ ਜੋਤ ਇੱਕ ਹੀ ਹੈ ਅਤੇ ਸਾਰਿਆਂ ਦੇ ਵਿੱਚ ਉਹਦੀ ਜੋਤ ਵਸੀ ਹੋਣ ਕਰਕੇ ਸਾਨੂੰ ਨਾਨਾ ਤਰ੍ਹਾਂ, ਕਈ ਤਰ੍ਹਾਂ ਦੇ ਭੇਤ ਨਜ਼ਰ ਆਉਂਦੇ ਹੈ। ਭਾਵ ਇਹ ਹੈ ਵੀ ਜਿਹੜੀ ਅਨੇਕਤਾ ਦਿਸਦੀ ਹੈ ਨਾ ਇਸ ਸੰਸਾਰ ਦੇ ਵਿੱਚ, ਉਹ ਅਨੇਕਤਾ ਦੇ ਵਿੱਚ ਵਿਆਪਕ ਹੋ ਕੇ ਆਪ ਨਿਰਲੇਪ ਹੈ ਉਹ ਇੱਕ ਹੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ। ਸੋ ਹੁਣ ਅਗਲੀ ਪੌੜੀ ਵਿੱਚ ਭਾਈ ਸਾਹਿਬ ਜੀ ਕਥਨ ਕਰਦੇ ਹੈ। ਬਿਰਖ ਹੋਵੇ ਬੀਓ ਬੀਜੀਐ ਕਰਦਾ ਪਾਸਾਰਾ। ਜਦੋਂ ਬੀਜ ਬੀਜਦੇ ਹਾਂ ਧਰਤੀ ਵਿੱਚ, ਉਹਦੇ ਤੋਂ ਬਿਰਖ ਹੋਵੇ, ਰੁੱਖ ਪੈਦਾ ਹੁੰਦਾ ਹੈ। ਕਰਦਾ ਪਾਸਾਰਾ, ਉਹ ਰੁੱਖ ਆਪਣਾ ਪਸਾਰਾ ਕਰਦਾ ਹੈ। ਜੜ ਅੰਦਰ ਪੇੜ ਬਾਹਰਾ, ਬਹੁ ਡਾਲ ਵਿਸਥਾਰਾ। ਉਹ ਜਿਹੜਾ ਦਰਖਤ ਹੈ ਨਾ ਰੁੱਖ, ਉਹਦੀ ਜੜ ਅੰਦਰ ਜ਼ਮੀਨ ਵਿੱਚ ਹੁੰਦੀ ਹੈ, ਮਿੱਟੀ ਦੇ ਵਿੱਚ। ਪੇੜ ਬਾਹਰਾ, ਉਸ ਰੁੱਖ ਦਾ ਜਿਹੜਾ ਤਣਾ ਹੈ ਉਹ ਮਿੱਟੀ ਦੇ ਵਿੱਚੋਂ ਬਾਹਰ ਹੁੰਦਾ ਹੈ। ਬਹੁ ਡਾਲ ਵਿਸਥਾਰਾ, ਬਹੁਤ ਡਾਲੀਆਂ ਟਾਹਣੀਆਂ ਦਾ ਵਿਸਥਾਰ ਹੁੰਦਾ ਹੈ। ਰੁੱਖ ਜਿਹੜਾ ਨਾ ਉਹਦਾ ਫੈਲਾਵ ਬਹੁਤ ਹੁੰਦਾ ਹੈ। ਪੱਤ ਫੁੱਲ ਫਲ ਫਲੀ ਦਾ, ਰਸ ਰੰਗ ਸਵਾਰਾ। ਫਿਰ ਉਹਦੇ ਪੱਤੇ, ਫੁੱਲ, ਫਲ ਸਾਰੇ ਫਲਦੇ ਨੇ, ਪੱਤੇ ਵੀ ਲੱਗਦੇ ਨੇ, ਟਾਹਣੀਆਂ ਨੇ, ਉਹਦੇ ਫੁੱਲ ਹਨ, ਉਹਦੇ ਫਲ ਹਨ। ਰਸ ਰੰਗ ਸਵਾਰਾ, ਰਸ ਅਤੇ ਰੰਗ ਦੇ ਨਾਲ ਉਹ ਸਵਾਰਿਆ ਜਾਂਦਾ ਹੈ। ਫੁੱਲਾਂ ਦੇ ਵਿੱਚ, ਫਲਾਂ ਦੇ ਵਿੱਚ ਰਸ ਹੁੰਦਾ ਹੈ, ਬੜੇ ਸੋਹਣੇ ਲੱਗਦੇ ਨੇ ਫਲ, ਸਵਾਰੇ ਜਾਂਦੇ ਨੇ। ਵਾਸ ਨਿਵਾਸ ਉਲਾਸ ਕਰ, ਹੋਏ ਵੱਡ ਪਰਵਾਰਾ। ਫੁੱਲ ਅਤੇ ਫਲਾਂ ਵਿੱਚ ਅੱਗੋਂ ਕਈ ਤਰ੍ਹਾਂ ਦੀਆਂ ਵਾਸ਼ਨਾ ਪੈਦਾ ਹੋ ਜਾਂਦੀਆਂ ਨੇ। ਉਹ ਫਿਰ ਉਲਾਸ, ਆਨੰਦ ਦਿੰਦੀਆਂ ਨੇ। ਫਲ ਜਿਹੜਾ ਨਾ, ਉਹਦੇ ਵਿੱਚੋਂ, ਫੁੱਲਾਂ ਵਿੱਚੋਂ, ਫਲਾਂ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ, ਸੁਗੰਧੀ ਆਉਂਦੀ। ਅਸੀਂ ਵੇਖਦੇ ਹਾਂ ਘਰ ਵਿੱਚ ਸੇਬ ਪਏ ਹੋਣ ਅਤੇ ਆਪਾਂ ਨੂੰ ਉਹੋ ਜਿਹੀ ਉਹ ਸੇਬ ਦੀ ਸੁਗੰਧੀ ਆਉਂਦੀ ਹੈ। ਤਾਂ ਉਹਨਾਂ ਦੇ ਵਿੱਚ ਜਿਹੜੀ ਹੈ ਨਾ ਵਾਸ ਭਰੀ ਜਾਂਦੀ ਹੈ। ਭਾਈ ਸਾਹਿਬ ਜੀ ਕਹਿੰਦੇ, ਅਤੇ ਉਹ ਜਿਹੜੀ ਵਾਸ ਹੈ ਉਲਾਸ, ਆਨੰਦ ਪੈਦਾ ਕਰਦੀ ਹੈ। ਹੋਏ ਵੱਡ ਪਰਵਾਰਾ, ਇਸ ਤਰ੍ਹਾਂ ਉਹ ਛੋਟਾ ਜਿਹਾ ਬੀਜ ਵੱਡਾ ਰੁੱਖ ਬਣਿਆ, ਫਲ ਫੁੱਲ ਪੱਤੇ ਲੱਗੇ, ਰਸ ਭਰੇ ਗਏ, ਉਹਦਾ ਵਿਸਥਾਰ ਬੜਾ ਵੱਡਾ ਹੋ ਜਾਂਦਾ, ਬੜਾ ਵੱਡਾ ਪਰਿਵਾਰ ਬਣਦਾ ਹੈ। ਫਲ ਵਿੱਚ ਬੀਓ ਸੰਜੀਓ ਹੋਏ, ਫਲ ਫਲੇ ਹਜ਼ਾਰਾ। ਇੱਕ ਬੀਜ ਰੁੱਖ ਬਣਿਆ, ਟਾਹਣੀਆਂ, ਪੱਤੇ, ਫੁੱਲ, ਫਿਰ ਫਲ ਬਣ ਗਿਆ। ਉਹ ਫਲ ਪੱਕ ਗਿਆ, ਉਹਦੇ ਵਿੱਚ ਬੀਜ ਹੁੰਦਾ ਹੈ। ਫਲ ਵਿੱਚ, ਫਲ ਵਿੱਚ ਬੀਓ ਸੰਜੀਓ ਹੋਏ, ਅਤੇ ਫਲ ਪੱਕਦਾ ਨਾ, ਉਹ ਬੀਜ ਜਿਹੜਾ ਵਿੱਚ ਹੁੰਦਾ ਉਹ ਸਜੀਵ ਹੁੰਦਾ ਹੈ। ਸਜੀਵ ਕਹਿੰਦੇ ਜਿਹਦੇ 'ਚ ਜਾਨ ਹੋਵੇ। ਜਾਨ ਬੀਜ ਵਿੱਚ ਹੁੰਦੀ ਤਾਂ ਹੀ ਆਪਾਂ ਧਰਤੀ 'ਚ ਬੀਜਦੇ ਹਾਂ, ਉੱਗਦਾ ਹੈ।
ਤੇ ਜਿਹੜੇ ਬੀ ਵਿੱਚ ਜਾਨ ਹੀ ਨਾ ਹੋਵੇ, ਜਿਹੜਾ ਬੀਜ ਹੀ ਮਰ ਜਾਏ, ਉਹ ਉੱਗਦਾ ਨਹੀਂ ਹੁੰਦਾ ਕਦੇ ਵੀ। ਧਰਤੀ ਵਿੱਚ ਮਰੇ ਬੀਜਾਂ ਨੂੰ ਬੀਜੋਗੇ ਉਹ ਨਹੀਂ ਉੱਗੇਗਾ। ਜਿਹੜਾ ਸਜੀਵ ਹੁੰਦਾ ਹੈ ਉਹੀ ਪੁੰਗਰਦਾ ਹੈ, ਉਹੀ ਉੱਗਦਾ ਹੈ। ਫਲ ਫਲੇ ਹਜ਼ਾਰਾਂ, ਤੇ ਫਿਰ ਇੱਕ ਫਲ ਤੋਂ ਅੱਗੇ ਹਜ਼ਾਰਾਂ ਹੀ ਫਲ ਜਿਹੜੇ ਹੈ ਉਹ ਫਲਦੇ ਹੈ। ਆਪੇ ਆਪ ਵਰਤਦਾ ਗੁਰਮੁਖ ਨਿਸਤਾਰਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵੇਖੋ ਇਸੇ ਤਰ੍ਹਾਂ ਇੱਕ ਨਿਰਗੁਣ ਬੀਜ ਰੂਪ ਵਿੱਚ ਪ੍ਰਮਾਤਮਾ ਹੈ। ਜਿਵੇਂ ਇੱਕ ਬੀ ਧਰਤੀ ਵਿੱਚ ਬੀਜਿਆ, ਰੁੱਖ ਬਣਿਆ, ਟਾਹਣੀਆਂ, ਪੱਤੇ, ਫਲ, ਫੁੱਲ, ਕਿੱਡਾ ਵੱਡਾ ਆਕਾਰ ਹੋ ਗਿਆ। ਕਹਿੰਦੇ ਬੀਜ ਤਾਂ ਇੱਕੋ ਹੀ ਹੈ ਸਾਰੇ ਸੰਸਾਰ ਦੀ ਪੈਦਾਇਸ਼ ਦਾ। ਵਾਹਿਗੁਰੂ ਪਰਮੇਸ਼ਰ ਉਹੀ ਮੁੱਢ ਹੈ, ਉਹੀ ਬੀਜ ਹੈ। ਇਹ ਸਾਰਾ ਪਸਾਰਾ ਪ੍ਰਮਾਤਮਾ ਵਾਹਿਗੁਰੂ ਦਾ ਹੀ ਹੈ। ਇਸ ਗੱਲ ਦੇ ਭੇਦ ਨੂੰ ਸਮਝ ਲੈਣ ਵਾਲੇ ਜਿਹੜੇ ਗੁਰਮੁਖ ਨੇ ਨਾ, ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ, ਉਹ ਸੰਸਾਰ ਤੋਂ ਤਰ ਜਾਂਦੇ ਹੈ। ਸੋ ਵਾਹਿਗੁਰੂ ਪਰਮਾਤਮਾ, ਉਹਦੇ ਤੋਂ ਇਹ ਸਾਰਾ ਵਿਸਥਾਰ ਹੈ। ਨਾਨਾ ਤਰ੍ਹਾਂ ਦੇ ਭੇਦ ਸਾਨੂੰ ਨਜ਼ਰ ਆਉਂਦੇ ਹੈ, ਪਰ ਉਹ ਹੈ ਇੱਕ ਹੀ। ਸੋ ਇਹ ਕਈ ਉਦਾਹਰਣਾਂ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਸਮਝਾਇਆ ਹੈ। ਵਿਚਾਰਾਂ ਕਰਦੇ ਹਾਂ, ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਫਲ ਵਿੱਚ ਬੀਓ ਸੰਜੀਓ ਹੋਏ, ਫਲ ਫਲੇ ਹਜ਼ਾਰਾ। ਆਪੇ ਆਪ ਵਰਤਦਾ ਗੁਰਮੁਖ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੋਇ